ਅਸੀਂ ਇਸ ਵੇਲੇ ਗਿਣਤੀ ਦੇ ਵਿੱਚ ਅਸੀਂ 9ਵੇਂ ਭਾਗ ਦੇ ਵਿੱਚ ਪਹੁੰਚ ਚੁੱਕੇ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਚੈਪਟਰਸ ਦੇ ਵਿੱਚ ਵੀ ਅਸੀਂ ਗੁਜ਼ਰਦੇ ਪਏ ਹਾਂ, ਇਹ ਸਾਰੇ ਦੇ ਸਾਰੇ ਚੈਪਟਰ ਐਕਚੁਅਲੀ ਰੈਪੀਟੇਸ਼ਨ ਆ ਐਕਸੋਡਸ ਦੀ। ਕੂਚ ਦੇ ਆਖਰੀ ਜਿਹੜੇ ਚੈਪਟਰ ਆ ਉਹਨਾਂ ਨੂੰ ਫਟਾਫਟ ਕਲੋਜ਼ ਕਰ ਦਿੱਤਾ ਗਿਆ, ਲੇਕਿਨ ਜਿਹੜਾ 39 ਤੇ 40 ਚੈਪਟਰ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਉਹ ਹੁਣ ਸਾਨੂੰ ਇਸ ਚੈਪਟਰ ਦੇ ਪਹਿਲੇ 9 ਚੈਪਟਰ ਜਿਹੜੇ ਆ ਉਹ ਉਹਦੇ ਵਿੱਚ ਫਿੱਟ ਹੁੰਦੇ ਆ। ਸੋ ਜੇ ਅਸੀਂ ਕਹਿ ਦਈਏ ਕਿ ਜਿਹੜੇ ਇਹਦੇ ਪਹਿਲੇ 9 ਚੈਪਟਰ ਐਕਚੁਅਲੀ ਕੂਚ ਨੂੰ ਬਿਲੋਂਗ ਕਰਦੇ ਆ, ਤੇ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ, ਕਿਉਂਕਿ ਅਸੀਂ ਕੂਚ ਵਿੱਚ ਵੀ ਦੇਖਿਆ ਸੀ ਕਿ ਉਹਨਾਂ ਨੇ ਪਸਾਹ ਦਾ ਤਿਉਹਾਰ ਮਨਾਇਆ ਜਿਹੜਾ ਦੂਜਾ ਸੀ, ਔਰ ਇੱਥੇ ਵੀ ਅਸੀਂ ਉਹ ਦੇਖਦੇ ਪਏ ਹਾਂ। ਸੋ ਇਸ ਕਰਕੇ ਇਹ ਜਿਹੜੇ ਪਹਿਲੇ 9 ਚੈਪਟਰ ਆ ਇਹ ਕੂਚ ਨੂੰ ਬਿਲੋਂਗ ਕਰਦੇ ਆ। ਐਕਚੁਅਲੀ ਜਿਹੜੀ ਗਿਣਤੀ ਦੀ ਪੁਸਤਕ ਸ਼ੁਰੂ ਹੋਣੀ ਆ ਉਹ 10ਵੇਂ ਭਾਗ ਤੋਂ ਸ਼ੁਰੂ ਹੋਣੀ ਆ। ਸੋ ਆਓ ਅਸੀਂ 9ਵਾਂ ਭਾਗ ਦੇਖੀਏ ਔਰ ਫਿਰ ਅਸੀਂ ਇਸ ਨੂੰ ਲੈ ਕੇ ਅੱਗੇ ਚੱਲੀਏ। ਸੋ ਸਾਨੂੰ ਇੱਥੇ ਸਾਰੀ ਵਿਧੀ ਦੱਸੀ ਗਈ ਆ। ਉੱਥੇ ਸਾਨੂੰ ਸਿਰਫ ਇਹੋ ਹੀ ਦੱਸਿਆ ਗਿਆ ਕਿ ਤਦ ਮੂਸਾ ਨੇ ਹਾਰੂਨ ਤੇ ਉਸਦੇ ਪੁੱਤਰਾਂ ਨੂੰ ਕੱਪੜੇ ਪਹਿਨਾਏ, ਔਰ ਮੂਸਾ ਨੇ ਹਾਰੂਨ ਨੂੰ ਉਸਦੇ ਕੱਪੜੇ ਪਹਿਨਾਏ ਤੇ ਉਹਨਾਂ ਨੂੰ ਪ੍ਰੋਤਾਈ ਦੀ ਸੇਵਾ ਦੇ ਲਈ ਥਾਪ ਦਿੱਤਾ। ਠੀਕ, ਪਰ ਇੱਥੇ ਸਾਨੂੰ ਦੱਸਿਆ ਗਿਆ ਉਹ ਖੋਲ ਕੇ ਕਿ ਉਹਨਾਂ ਨੂੰ ਪ੍ਰੋਤਾਈ ਦੀ ਸੇਵਾ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਥਾਪਿਆ ਗਿਆ ਸੀ, ਕਿਸ ਤਰ੍ਹਾਂ ਉਹਨਾਂ ਨੂੰ ਪਵਿੱਤਰਤਾ ਦੇ ਵੱਲ ਨੂੰ ਲੈ ਕੇ ਜਾਇਆ ਗਿਆ ਸੀ, ਕਿਸ ਤਰ੍ਹਾਂ ਉਹਨਾਂ ਦੇ ਲਈ ਬਲੀਆਂ ਦਿੱਤੀਆਂ ਗਈਆਂ। ਸਾਰੀਆਂ ਚੀਜ਼ਾਂ ਸਾਨੂੰ ਇਸ ਦੇ ਵਿੱਚ ਖੋਲ ਕੇ ਦੱਸੀਆਂ ਗਈਆਂ। ਜਿਸ ਵੇਲੇ ਪ੍ਰਭੂ ਨੇ ਕਿਹਾ ਕਿ ਉਹਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਪਵਿੱਤਰ ਤੇ ਅਤ ਪਵਿੱਤਰ ਜਗ੍ਹਾ ਤੇ ਰੱਖ ਦਿੱਤੀ। ਇੱਥੇ ਸਾਨੂੰ ਦੱਸਿਆ ਗਿਆ ਕਿ ਪ੍ਰਭੂ ਨੇ ਈਵਨ ਦੀਵਿਆਂ ਦੇ ਬਾਰੇ ਵੀ ਉਹਨਾਂ ਨੂੰ ਖਾਸ ਇੰਸਟਰਕਸ਼ਨ ਦਿੱਤੀਆਂ, ਜਿਹੜੀਆਂ ਕਿ ਅੱਜ ਅਸੀਂ ਦੇਖਾਂਗੇ 8:1 ਤੋਂ 4 ਦੁਆਰਾ ਦੇਖਾਂਗੇ, ਲੇਕਿਨ ਅਸੀਂ ਪਹਿਲਾਂ 9ਵਾਂ ਭਾਗ ਪੜਾਂਗੇ ਕਿ ਪ੍ਰਭੂ ਨੇ ਉਹ ਚੀਜ਼ਾਂ ਕਿੱਦਾਂ ਰਖਾਈਆਂ, ਕਿਸ ਤਰੀਕੇ ਦੇ ਨਾਲ ਰਖਾਈਆਂ, ਉਹ ਸਾਰੀਆਂ ਚੀਜ਼ਾਂ। ਠੀਕ, ਆਓ ਆਪਾਂ 9ਵਾਂ ਭਾਗ ਦੇਖੀਏ। 9ਵਾਂ ਉਸਦੀ 1 ਤੋਂ ਲੈ ਕੇ 14 ਮੈਂ ਪੜ੍ਹ ਦਿੰਦਾ ਪਾਸਟਰ ਜੀ। ਉਹ ਹੈ ਮੇਰਾ ਦਿਲ। ਸਾਰਿਆਂ ਨੂੰ ਜੈ ਮਸੀਹ ਦੀ। ਪਹਿਲਾਂ ਤਾਂ ਹਾਂਜੀ, ਸਫਾ ਹੈਗਾ 193 ਪੁਰਾਣੇ ਨੇਮ ਦਾ। ਪਸਾਹ ਦਾ ਦੂਜਾ ਤਿਉਹਾਰ। ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿਕਲਣ ਆਉਣ ਦੇ ਦੂਜੇ ਸਾਲ ਦੇ ਪਹਿਲੇ ਮਹੀਨੇ ਵਿੱਚ ਪ੍ਰਭੂ ਨੇ ਮੂਸਾ ਨੂੰ ਸੀਨੇ ਦੇ ਉਜਾੜ ਵਿੱਚ ਇਹ ਆਗਿਆ ਦਿੱਤੀ, ਤੂੰ ਇਸਰਾਏਲੀ ਲੋਕਾਂ ਨੂੰ ਕਹਿ ਕਿ ਉਹ ਠਹਿਰਾਏ ਸਮੇਂ ਅਰਥਾਤ ਇਸ ਮਹੀਨੇ ਦੇ 14ਵੇਂ ਦਿਨ ਤਰਕਾਲਾਂ ਦੇ ਵੇਲੇ ਪਸਾਹ ਦਾ ਤਿਉਹਾਰ ਇਸ ਦੀਆਂ ਪੂਰਨ ਵਿਧੀਆਂ ਅਤੇ ਨਿਯਮਾਂ ਅਨੁਸਾਰ ਮਨਾਉਣਾ। ਸੋ ਮੂਸਾ ਨੇ ਲੋਕਾਂ ਨੂੰ ਪਸਾਹ ਦਾ ਤਿਉਹਾਰ ਮਨਾਉਣ ਦੇ ਲਈ ਕਿਹਾ ਅਤੇ ਇਸਰਾਏਲੀ ਲੋਕਾਂ ਨੇ ਠੀਕ ਪ੍ਰਭੂ ਦੀ ਆਗਿਆ ਦੇ ਅਨੁਸਾਰ ਸਭ ਕੁਝ ਕੀਤਾ ਅਤੇ ਪਸਾਹ ਦਾ ਤਿਉਹਾਰ ਦੂਜੇ ਮਹੀਨੇ ਦੇ 14ਵੇਂ ਦਿਨ ਤਰਕਾਲਾਂ ਦੇ ਵੇਲੇ ਮਨਾਇਆ। ਪਰ ਕੁਝ ਇਸਰਾਏਲੀ ਲੋਕ ਕਿਸੇ ਮੁਰਦਾ ਆਦਮੀ ਨੂੰ ਛੂਹਣ ਕਾਰਨ ਉਸ ਦਿਨ ਅਸ਼ੁੱਧ ਸਨ, ਇਸ ਲਈ ਉਹ ਉਸ ਦਿਨ ਪਸਾਹ ਦਾ ਤਿਉਹਾਰ ਨਾ ਮਨਾ ਸਕੇ। ਉਹ ਲੋਕ ਮੂਸਾ ਕੋਲ ਆਏ ਅਤੇ ਬੋਲੇ, ਇਹ ਠੀਕ ਹੈ ਕਿ ਅਸੀਂ ਮੁਰਦਾ ਆਦਮੀ ਨੂੰ ਛੂਹਣ ਕਾਰਨ ਅਸ਼ੁੱਧ ਹਾਂ, ਪਰ ਸਾਨੂੰ ਠਹਿਰਾਏ ਹੋਏ ਸਮੇਂ ਤੇ ਇਸਰਾਏਲੀ ਲੋਕਾਂ ਨਾਲ ਪ੍ਰਭੂ ਦੇ ਸਾਹਮਣੇ ਚੜਾਵਾ ਕਿਉਂ ਨਹੀਂ ਚੜਾਉਣ ਦਿੱਤਾ। ਮੂਸਾ ਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਕੁਝ ਚਿਰ ਉਡੀਕ ਕਰੋ, ਮੈਂ ਤੁਹਾਡੇ ਲਈ ਪ੍ਰਭੂ ਨਾਲ ਗੱਲ ਕਰਦਾ ਹਾਂ ਅਤੇ ਇਸ ਤਰ੍ਹਾਂ ਜਿਸ ਤਰ੍ਹਾਂ ਉਹ ਕਹੇਗਾ ਮੈਂ ਤੁਹਾਨੂੰ ਦੱਸਾਂਗਾ। ਪ੍ਰਭੂ ਨੇ ਮੂਸਾ ਨੂੰ ਇਸ ਸੰਬੰਧ ਵਿੱਚ ਇਹ ਆਗਿਆ ਦਿੱਤੀ, ਤੂੰ ਇਸਰਾਏਲੀ ਲੋਕਾਂ ਨੂੰ ਦੱਸ ਕਿ ਬੇਸ਼ੱਕ ਉਹਨਾਂ ਵਿੱਚੋਂ ਕੋਈ ਮਨੁੱਖ ਕਿਸੇ ਮੁਰਦੇ ਨੂੰ ਛੂਹਣ ਕਾਰਨ ਅਸ਼ੁੱਧ ਹੋਵੇ ਜਾਂ ਕਿਸੇ ਕਾਰਨ ਬਾਹਰ ਗਿਆ ਹੋਵੇ, ਪਰ ਉਹ ਫਿਰ ਵੀ ਪਸਾਹ ਦਾ ਤਿਉਹਾਰ ਮਨਾ ਸਕਦਾ ਹੈ। ਉਹ ਦੂਜੇ ਮਹੀਨੇ ਦੇ 14ਵੇਂ ਦਿਨ ਪਸਾਹ ਦਾ ਤਿਉਹਾਰ ਮਨਾ ਸਕਦੇ ਹਨ ਅਤੇ ਉਹ ਉਸ ਦਿਨ ਅਖਮੀਰੀ ਰੋਟੀ ਅਤੇ ਕੌੜਾ ਸਾਗ ਪੱਤ ਖਾਣ। ਉਹ ਇਸ ਵਿੱਚੋਂ ਅਗਲੀ ਸਵੇਰ ਤੱਕ ਕੁਝ ਵੀ ਬਚਿਆ ਨਾ ਰੱਖਣ ਅਤੇ ਨਾ ਹੀ ਪਸਾਹ ਦੀ ਬਲੀ ਦੀ ਕੋਈ ਹੱਡੀ ਤੋੜਨ।
ਪਰ ਜੋ ਮਨੁੱਖ ਸ਼ੁੱਧ ਹੈ ਅਤੇ ਆਪਣੇ ਘਰੋਂ ਬਾਹਰ ਵੀ ਨਹੀਂ ਗਿਆ, ਪਰ ਉਹ ਨਾ ਤਾਂ ਪਸਾਹ ਦਾ ਤਿਉਹਾਰ ਮਨਾਉਂਦਾ ਅਤੇ ਨਾ ਹੀ ਠਹਿਰਾਏ ਸਮੇਂ ਤੇ ਮੇਰੇ ਅੱਗੇ ਭੇਟ ਚੜਾਉਂਦਾ ਹੈ, ਉਸ ਦੀ ਅੱਗੇ ਤੋਂ ਮੇਰੇ ਲੋਕਾਂ ਵਿੱਚ ਗਿਣਤੀ ਨਾ ਕੀਤੀ ਜਾਵੇ, ਸਗੋਂ ਉਹ ਆਪਣੇ ਪਾਪ ਦਾ ਨਤੀਜਾ ਭੁਗਤੇ। ਜੇਕਰ ਕੋਈ ਪਰਦੇਸੀ ਜੋ ਤੁਹਾਡੇ ਵਿੱਚ ਰਹਿ ਰਿਹਾ ਹੈ ਪਸਾਹ ਦਾ ਤਿਉਹਾਰ ਮਨਾਉਣਾ ਚਾਹੇ, ਤਾਂ ਉਹ ਵੀ ਇਸ ਸੰਬੰਧੀ ਸਭ ਵਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰੇ, ਕਿਉਂਕਿ ਸਭ ਲਈ ਚਾਹੇ ਕੋਈ ਤੁਹਾਡਾ ਆਪਣਾ ਹੋਵੇ ਜਾਂ ਪਰਦੇਸੀ, ਪਸਾਹ ਦੇ ਤਿਉਹਾਰ ਦੀਆਂ ਵਿਧੀਆਂ ਅਤੇ ਨਿਯਮ ਇੱਕੋ ਜਿਹੇ ਹਨ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਔਰ ਇਸ ਦੇ ਨਾਲ ਸਾਨੂੰ ਅੱਜ ਦੇ ਦਿਨ ਜਿੱਥੇ ਅਸੀਂ ਜੀ ਰਹੇ ਹਾਂ, ਸਾਨੂੰ ਇਸ ਦੇ ਵਿੱਚੋਂ ਬਹੁਤ ਜਿਸ ਤਰ੍ਹਾਂ ਦੇਖਣ ਨੂੰ ਮਿਲਦਾ ਕਿ ਇਹ ਸਾਰੀਆਂ ਚੀਜ਼ਾਂ ਸਾਡੇ ਉੱਤੇ ਕਿਸ ਤਰ੍ਹਾਂ ਲਾਗੂ ਹੁੰਦੀਆਂ। ਲੇਕਿਨ ਇੱਥੇ ਇੱਕ ਅਸੀਂ ਖਾਸ ਚੀਜ਼ ਦੇਖਦੇ ਪਏ ਹਾਂ ਕਿ ਬਹੁਤ ਵਾਰੀ ਪ੍ਰਭੂ ਨੇ ਕਿਹਾ ਕਿ ਜਿਹੜਾ ਵੀ ਇਨਸਾਨ ਜੇ ਕਿਸੇ ਨੇ ਲੋਥ ਨੂੰ, ਮਰੇ ਇਨਸਾਨ ਨੂੰ ਛੂਹਿਆ, ਤਾਂ ਉਹ ਇਨਸਾਨ ਸ਼ਾਮ ਤੱਕ ਅਸ਼ੁੱਧ ਰਹੇਗਾ, ਰਾਤ ਤੱਕ ਅਸ਼ੁੱਧ ਰਹੇਗਾ। ਫਿਰ ਉਹ ਆਪਣੇ ਕੱਪੜੇ ਬਦਲੇ, ਨਹਾਵੇ ਧੋਵੇ, ਫਿਰ ਉਹ ਸ਼ੁੱਧ ਹੋਣ ਦੇ ਲਈ ਬਲੀ ਲੈ ਕੇ ਜਾਵੇ, ਤਾਂ ਫਿਰ ਪ੍ਰਭੂ ਉਸ ਨੂੰ ਸ਼ੁੱਧ ਘੋਸ਼ਿਤ ਕਰੇ। ਪਰ ਇੱਥੇ ਇੱਕ ਪਰਿਵਾਰ ਦੇ ਵਿੱਚ ਮੌਤ ਹੋ ਗਈ, ਔਰ ਉਹ ਕਿਉਂਕਿ ਉਹਨਾਂ ਨੇ ਉਸ ਨੂੰ ਦਬਾਇਆ, ਜੋ ਪ੍ਰਕਿਰਿਆ ਕਰਨੀ ਸੀ ਉਹ ਕਰਨੀ ਪਈ, ਉਸ ਨੂੰ ਲੜਾਇਆ ਤੜਾਇਆ, ਸੋ ਉਹ ਮੁਰਦਾ ਛੂਹਣ ਦੇ ਨਾਲ ਉਹ ਅਸ਼ੁੱਧ। ਔਰ ਉਹਨਾਂ ਨੂੰ ਜਿਹੜੇ ਥੱਲੇ ਛੋਟੇ ਪੁਰੋਹਿਤ ਆ, ਉਹਨਾਂ ਨੇ ਦੱਸਿਆ ਕਿ ਤੁਸੀਂ ਅਸ਼ੁੱਧ ਆ ਭਾਈ, ਸੋ ਇਸ ਸਮੇਂ ਦੇ ਵਿੱਚ ਤੁਸੀਂ ਤੇ ਤੁਹਾਡਾ ਘਰਾਨਾ ਜਿਹੜਾ ਸਾਡੇ ਨਾਲ ਪਸਾਹ ਦਾ ਜਿਹੜਾ ਤਿਉਹਾਰ ਉਹ ਨਹੀਂ ਮਨਾ ਸਕਦਾ। ਇੱਕ ਮੁਸੀਬਤ ਖੜੀ ਹੋ ਗਈ ਉਹਨਾਂ ਦੇ ਲਈ, ਕਿਉਂਕਿ ਪ੍ਰਭੂ ਨੇ ਇਹ ਚੀਜ਼ ਪਹਿਲਾਂ ਵੀ ਕਹੀ ਹੈ ਕਿ ਜਿਹੜਾ ਇਨਸਾਨ ਪਸਾਹ ਦਾ ਤਿਉਹਾਰ ਨਾ ਮਨਾਵੇ ਉਸਨੂੰ ਮੇਰਿਆਂ ਲੋਕਾਂ ਦੇ ਵਿੱਚ ਨਾ ਗਿਣਿਆ ਜਾਵੇ, ਉਸਦੀ ਮੇਰਿਆਂ ਲੋਕਾਂ ਦੇ ਵਿੱਚ ਕੋਈ ਗਿਣਤੀ ਨਾ ਕੀਤੀ ਜਾਵੇ। ਇਹ ਜ਼ਰੂਰੀ ਹੈ, ਕਿਉਂਕਿ ਇਹ ਪਸਾਹ ਦੇ ਤਿਉਹਾਰ ਦਾ ਜਿਹੜਾ ਇਹ ਤਾਂ ਪਰਛਾਈ ਆ, ਇਹ ਸਿਰਫ ਪਰਛਾਈ ਆ ਜਿਹੜੀ ਉਹ ਮਨਾਉਂਦੇ ਆ। ਅਸਲੀਅਤ ਜਿਹੜੀ ਹੈਗੀ ਆ ਉਹ ਅਸੀਂ ਖੋਪੜੀ ਨਾਮ ਦੀ ਜਿਹੜੀ ਜਗ੍ਹਾ ਆ ਜਿੱਥੇ ਮਸੀਹ ਨੂੰ ਸਲੀਬ ਦੀ ਮੌਤ ਦੇ ਕੇ ਮਾਰਿਆ ਗਿਆ, ਅਸਲੀ ਜਗ੍ਹਾ ਅਸਲ ਤਾਂ ਉਹ ਇਹ ਜਿਹੜਾ ਉਹ ਪਸਾਹ ਦਾ ਤਿਉਹਾਰ ਮਨਾਉਂਦੇ ਪਏ ਆ, ਇਹ ਕਿਉਂਕਿ ਉਹਨਾਂ ਨੂੰ ਹੁਣ ਪੂਰਾ 1 ਸਾਲ ਉੱਥੋਂ ਨਿਕਲ ਕੇ ਆਇਆ ਨੂੰ ਹੋ ਗਿਆ। ਸੋ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਇਸ ਦਿਨ ਨੂੰ ਤੁਸੀਂ ਮਨਾਉਣਾ ਹੀ ਮਨਾਉਣਾ, ਇਸ ਦਿਨ ਨੂੰ ਤੁਸੀਂ ਮਨਾਉਣਾ ਹੀ ਮਨਾਉਣਾ, ਕਿਉਂਕਿ ਇਹ ਦਿਨ ਮੈਂ ਤੁਹਾਨੂੰ ਗੁਲਾਮੀ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਸੀ, ਤੁਹਾਨੂੰ ਮੈਂ ਆਜ਼ਾਦ ਕੀਤਾ ਸੀ। ਔਰ ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਇਹ ਚੀਜ਼ ਕਹੀ ਸੀ ਕਿ ਅਸੀਂ ਅਬਰਾਹਮ ਦੀ ਔਲਾਦ ਹਾਂ, ਅਸੀਂ ਤਾਂ ਕਦੀ ਗੁਲਾਮ ਹੋਏ ਨਹੀਂ। ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ ਕਿ ਅਗਰ ਤੁਸੀਂ ਮੇਰੇ ਪਿੱਛੇ ਚੱਲੋਗੇ ਤਾਂ ਤੁਸੀਂ ਸੱਚ ਨੂੰ ਜਾਣੋਗੇ ਔਰ ਸੱਚ ਤੁਹਾਨੂੰ ਆਜ਼ਾਦ ਕਰੇਗਾ। ਤੇ ਉਹਨਾਂ ਨੇ ਕਿਹਾ ਸੀ ਅਸੀਂ ਤਾਂ ਕਦੀ ਗੁਲਾਮ ਹੋਏ ਨਹੀਂ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਜਿਸਨੇ ਪਾਪ ਕੀਤਾ ਉਹ ਪਾਪ ਦਾ ਗੁਲਾਮ, ਔਰ ਉਸ ਦਾ ਆਜ਼ਾਦ ਹੋਣਾ ਜ਼ਰੂਰੀ ਹੈ। ਠੀਕ, ਪਰ ਇੱਥੇ ਅਸੀਂ ਕੀ ਦੇਖਦੇ ਪਏ ਹਾਂ ਕਿ ਇਹਨਾਂ ਦਾ ਕੋਈ ਪਾਪ ਨਹੀਂ, ਪਰ ਇਹ ਪ੍ਰਭੂ ਦੇ ਮੂਹਰੇ ਚੜਾਵਾ ਲੈ ਕੇ ਜਾਣਾ ਮੰਗਦੇ ਆ, ਸਾਰਾ ਕੁਝ ਕਰਨਾ ਮੰਗਦੇ ਆ। ਲੇਕਿਨ ਇੱਥੇ ਇੱਕ ਬੰਦਾ ਜਿਹੜਾ ਲੀਗਲਿਜ਼ਮ ਲੈ ਕੇ ਆ ਗਿਆ ਕਿ ਨਹੀਂ, ਲਾ ਕਹਿੰਦਾ ਕਿ ਤੁਸੀਂ ਨਹੀਂ ਕਰ ਸਕਦੇ, ਤੇ ਉਹ ਆਪਣੀ ਜਿਹੜੀ ਪੁਕਾਰ ਆ, ਅਸੀਂ ਪਿੱਛੇ ਦੇਖਿਆ ਸੀ ਕਿ ਮੂਸਾ ਨੇ ਹਰ ਜਗ੍ਹਾ ਤੇ ਜਿਹੜੇ ਲੋਕ ਸੀਗੇ ਉਹ ਕੋਟਾਂ ਕਚਹਿਰੀਆਂ ਦੇ ਵਾਂਗ ਸਭ ਕੁਝ ਸੈੱਟ ਕਰ ਦਿੱਤਾ ਸੀ। ਜਿਸ ਵੇਲੇ ਉਸਦੇ ਜੈਥਰੋ ਦੇ ਸਹੁਰੇ ਨੇ ਉਸ ਨੂੰ ਇਹ ਸਲਾਹ ਦਿੱਤੀ ਸੀ ਕਿ ਭਾਈ ਹਾਂ ਤੂੰ ਕੀ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੂੰ ਸਿਰਫ ਉਹ ਹੀ ਫੈਸਲਾ ਕਰ ਜਿਹੜਾ ਕਿਸੇ ਤੋਂ ਨਹੀਂ ਹੋਇਆ, ਜਿਹੜਾ ਅਖੀਰ ਦੇ ਵਿੱਚ ਆ ਗਿਆ ਔਰ ਜਿਹੜਾ ਅਖੀਰ ਆ ਕੇ ਫਾਈਨਲੀ ਤੈਨੂੰ ਪੁਕਾਰੇ, ਪਰ ਉਸਨੂੰ ਰਸਤੇ ਦੇ ਵਿੱਚ ਸਾਰਿਆਂ ਦੇ ਵਿੱਚ ਵੀ ਲੰਘਣਾ ਪੈਣਾ। ਸੋ ਉਹਨਾਂ ਨੇ
ਹੁਣ मूसा ਦੇ ਅੱਗੇ ਆ ਕੇ ਇਸ ਚੀਜ਼ ਦੀ ਪੁਕਾਰ ਕੀਤੀ और ਕਿਹਾ ਕਿ ਸਾਡਾ ਕੀ ਦੋਸ਼ ਹੈ। जवाब मूसा को भी है नहीं। सो मूसा ने की किया, मूसा ने की किया, वो प्रभु दे कोल गया। सो प्रभु ने उसने कहा कि पसाह दा जेड़ा त्योहार आ ये अशुद्ध नूं शुद्ध करन दा त्योहार, चाहे उन्होंने ये उन्हां दे घर दे विच ये सोग वो अशुद्ध आ, लेकिन पसाह दा त्योहार वो जरूर नहीं। सो ये जिहड़ी कौड़ी भाजी आ जिस तरह की खांदे हुंदे सी साडे किउं कहंदे हैगे एक साग हुंदा बहुत कौड़ा हुंदा, ਉਹਦਾ ਸਾਗ नहीं बनाया जाता, उन्हां पत्तियां दा साग नहीं बनाया जाता, ਉਹ ਸਰੋਂ बहुत कौड़ी हुंदी। सो ये लोग ਇਹੋ ਹੀ ਨਹੀਂ ਇਕੱਲੇ ਖਾਂਦੇ ਸੀ, ਸਾਰੇ ਹੀ ਖਾਂਦੇ ਸੀ। ਜਿਹੜਾ ਜਿਹੜੀ ਪਹਿਲੀ ਬਾਈਟ ਵੰਡੀ ਜਾਂਦੀ ਸੀ ਨਾ, ਹਾਲੇ ਵੀ ਜਿਹੜੀ ਮੈਂ ਇੱਕ ਵਾਰੀ ਯਹੂਦੀਆਂ ਦੇ ਮੈਂ ਗਿਆ ਸੀਗਾ, ਪਸਾਹ ਦਾ ਤਿਉਹਾਰ ਉਹ ਕਿੱਦਾਂ ਮਨਾਉਂਦੇ ਦੇਖਣ ਗਿਆ ਸੀਗਾ। ਸੋ ਉਹਨਾਂ ਨੇ ਜਿੱਦਾਂ ਸਾਨੂੰ ਉਹਨਾਂ ਨੇ ਸਾਡੇ ਲਈ ਇੱਕ ਵੱਖਰਾ ਪ੍ਰਬੰਧ ਕੀਤਾ ਸੀ। ਸਾਨੂੰ ਉਹਨਾਂ ਨੇ ਜਿਹੜਾ ਕਿ ਉਹਨਾਂ ਨੇ ਆਪਣਾ ਜਿਹੜਾ ਪਸਾਹ ਦਾ ਤਿਉਹਾਰ ਸੀਗਾ ਐਜ਼ ਅ ਯਹੂਦੀ ਉਹਨਾਂ ਨੇ ਸ਼ਾਮ ਨੂੰ ਮਨਾਉਣਾ ਸੀ, ਲੇਕਿਨ ਸਾਨੂੰ ਸਿਰਫ ਦਿਖਾਉਣ ਦੇ ਲਈ ਕਿ ਪਸਾਹ ਦਾ ਤਿਉਹਾਰ ਕਿੱਦਾਂ ਮਨਾਉਂਦੇ ਆ, ਸੋ ਉਹਨਾਂ ਨੇ ਸਾਡੇ ਲਈ ਇੱਕ ਵੱਖਰਾ ਪ੍ਰਬੰਧ ਕੀਤਾ ਸੀ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇਹ ਕੌੜੇ ਪੱਤੇ ਸਾਗ ਦੇ ਖਾਣ ਦਿੱਤੇ ਐਂਡ ਇਟ ਵਾਸ ਬਿਟਰ। ਸੋ ਕਹਿੰਦੇ ਕਿ ਇਹ ਸਾਨੂੰ ਚੇਤੇ ਕਰਾਉਂਦੇ ਆ ਕਿ ਗੁਲਾਮੀ ਦੇ ਵਿੱਚ ਜਦੋਂ ਅਸੀਂ ਸੀ ਤਾਂ ਇਹ ਸਾਨੂੰ ਉਸ ਗੁਲਾਮੀ ਦੀ ਕੁੜੱਤਣ ਚੇਤੇ ਕਰਾਉਂਦੀ ਆ। ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਰੇ ਖਾਣੇ ਸੀ ਦੇ ਵਰ ਡਿਲੀਸ਼ੀਅਸ। ਔਰ ਜਿਹੜਾ ਉਹਨਾਂ ਨੇ ਸਾਡੇ ਲਈ ਲੇਲਾ ਬੇਸਿਕਲੀ ਬਾਰਬੀਕਿਊ ਕਰਕੇ ਰੱਖਿਆ ਸੀ, ਉਹ ਪੂਰੇ ਦਾ ਪੂਰਾ ਉਹਨਾਂ ਨੇ ਬਾਰਬੀਕਿਊ ਉੱਤੇ ਕੀਤਾ ਸੀਗਾ। ਔਰ ਕਿਉਂਕਿ ਜਿਹੜੇ ਉਹਨਾਂ ਦੀ ਜਿਹੜੀ ਸਿਰੀ ਸੀਗੀ ਉਹ ਵੀ ਉਹਨਾਂ ਨੇ ਬਾਰਬੀਕਿਊ ਕੀਤੀ ਸੀ, ਪਰ ਉਹਦੇ ਆਲੇ ਦੁਆਲੇ ਉਹਨਾਂ ਨੇ ਫੋਇਲ ਲਪੇਟ ਦਿੱਤੀ ਸੀਗੀ ਤਾਂ ਕਿ ਜਿੱਦਾਂ ਕਿ ਭਈ ਜਿਹੜੇ ਅਸੀਂ ਗਾਈ ਆ ਉਹ ਸਾਡਾ ਜਿੱਦਾਂ ਕਿ ਮਨ ਹੋਰ ਤਰ੍ਹਾਂ ਦਾ ਨਾ ਹੋਵੇ ਉਸ ਨੂੰ ਦੇਖ ਕੇ। ਔਰ ਉਹਨਾਂ ਨੇ ਉਸ ਲੇਲੇ ਦੀ ਇੱਕ ਵੀ ਹੱਡੀ ਨਹੀਂ ਤੋੜੀ, ਉਸਦੇ ਆਲੇ ਦੁਆਲੇ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਮੀਟ ਨੂੰ ਲਾ ਕੇ ਤਾਂ ਉਹਨਾਂ ਨੇ ਉਹਨੂੰ ਰੱਖ ਦਿੱਤਾ। ਔਰ ਫਿਰ ਉੱਥੋਂ ਉਹ ਜਿਹੜਾ ਸਾਨੂੰ ਸਾਡੇ ਤੱਕ ਲੈ ਕੇ ਆਉਂਦਾ ਸੀ ਉਹ ਉੱਥੋਂ ਉਸ ਨੂੰ ਲੈ ਕੇ ਆਉਂਦਾ ਸੀ। ਸੋ ਇਹ ਉਹਨਾਂ ਦਾ ਮੇਨ ਚੀਜ਼। ਹੁਣ ਸਾਨੂੰ 2-3 ਚੀਜ਼ਾਂ ਇੱਥੇ ਜਿਹੜੀਆਂ ਸਾਡੇ ਸਮਝ ਦੇ ਵਿੱਚ ਆਉਂਦੀਆਂ ਉਹ ਇਹ, ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਸਲੀਬੀ ਮੌਤ ਤੇ ਜਾਣ ਤੋਂ ਪਹਿਲਾਂ ਸਾਨੂੰ ਇੱਕ ਹੁਕਮ ਦਿੱਤਾ ਸੀ। ਸੋ ਆਓ ਅਸੀਂ ਦੀਵਿਆਂ ਦੇ ਮੈਂ ਬਾਅਦ ਚ ਜਾਊਂ। ਸੋ ਆਓ ਅਸੀਂ ਮੇਰੇ ਨਾਲ ਤੁਸੀਂ ਆ ਜਾਓ ਜੀ ਮੱਤੀ ਦੇ ਵਿੱਚ ਔਰ ਅਸੀਂ ਮੱਤੀ ਦਾ ਦੇਖਾਂਗੇ। ਸੋ ਆਓ ਅਸੀਂ ਮੱਤੀ ਦਾ 26ਵਾਂ ਭਾਗ ਉਸ ਦੀ 26 ਤੋਂ ਲੈ ਕੇ 30 ਆਇਤ ਤੱਕ ਦੇਖਾਂਗੇ। ਜਿਸਨੂੰ ਮਿਲ ਜਾਓ ਇਸ ਨੂੰ ਪੜ੍ਹਦਾ। ਪੰਨਾ ਦੱਸਦਾ ਹੋਇਆ ਪੰਨਾ ਹੈਗਾ 53 ਨਵੇਂ। ਜਿਸਨੂੰ ਮਿਲ ਜਾਓ ਪੜ੍ਹਦਾ ਇਸ ਨੂੰ। ਹਾਂਜੀ ਮੈਂ ਪੜ੍ਹ ਦਿੰਦੀ ਹਾਂ। ਉਹ ਭੋਜ ਕਰ ਰਹੇ ਸਨ ਕਿ ਯਿਸੂ ਨੇ ਰੋਟੀ ਲਈ ਅਸੀਸ ਮੰਗ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, ਇਹ ਲਵੋ ਅਤੇ ਖਾਵੋ, ਇਹ ਮੇਰਾ ਸਰੀਰ ਹੈ। ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇਹ ਕਹਿੰਦਿਆਂ ਹੋਇਆਂ ਦਿੱਤਾ, ਇਸ ਵਿੱਚੋਂ ਤੁਸੀਂ ਸਾਰੇ ਪੀਵੋ, ਕਿਉਂਕਿ ਇਹ ਮੇਰਾ ਪਰਮੇਸ਼ਵਰ ਦੇ ਨਵੇਂ ਨੇਮ ਦਾ ਖੂਨ ਹੈ, ਜੋ ਬਹੁਤਿਆਂ ਲਈ ਉਹਨਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਅੱਗੇ ਤੋਂ ਉਸ ਦਿਨ ਤੱਕ ਅੰਗੂਰ ਦੀ ਪੈਦਾਵਾਰ ਤੁਹਾਡੇ ਨਾਲ ਕਦੀ ਨਹੀਂ ਪੀਵਾਂਗਾ, ਜਦੋਂ ਤੱਕ ਕਿ ਪਰਮੇਸ਼ਵਰ ਦੇ ਰਾਜ ਵਿੱਚ ਨਵੀਂ ਨਾ ਪੀਵਾਂਗਾ। ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜੈਤੂਨ ਦੇ ਪਹਾੜ ਵੱਲ ਚਲੇ ਗਏ।
तो लेकिन लूका दे विच एक चीज प्रभु यसु ने कही कि मेरी याद दे विच तुसीं हमेशा करिया करो। सानू ये जिहड़ा हिस्सा है सिर्फ तिन्नां दे विच दिता गया, ये सानू दिता गया मत्ती दे विच, ये हिस्सा सानू दिता गया मरकस दे विच, ये सानू हिस्सा दिता गया लूका दे विच। लूका दे विच एक जिहड़ी लाइन ऐड हुंदी आ वो ये हुंदी आ कि मेरी याद दे विच तुसीं हमेशा ये करिया। और जिहड़ी लूका दी अंजील आ ये बेसिकली असीं उसनूं कह सकते हैं कि पौलुस दी अंजील आ, क्योंकि जिहड़ा लूका सी वो पौलुस दा डॉक्टर सी, वैद सी, कह लो जो भी तुसीं कहना मनदे, वैद सी। और वो एक पराई कौम तो एक ग्रीक सी, लूका यहूदी नहीं सी। सो लूका ने जिहड़ी अंजील सानू दित्ती है साडे तक प्रभु ने जिहड़ी लूका दे द्वारा पहुंचाई है, ਉਹਦੇ ਵਿੱਚ दो चीज़ां खास ਹੁੰਦੀਆਂ ਪਈਆਂ। एक नंबर एक कि प्रभु ने दूजियां कौमां दे राहीं अपना वचन सानू देना शुरू कर दिया। स्वीकृति हो गई कि हुण यहूदियां सिर्फ यहूदियां दे द्वारा सानू वचन नहीं मिलता पिया, हुण सानू दूसरियां कौमां दे राहीं प्रभु दा वचन मिलता। सो ये सब तो बड़ी चीज है। सेम चीज जिसलिए असी कहाँ जाके तीतुस दे खत पढ़ते हैं, सानू ये दस्या उत्थे दस्या जांदा सी कि तीतुस टिमथी ये जिहड़े प्रभु ने दूजियां कौमां दे विचों भी अपने पुरोहित चुने, अपने पासवान चुने और उन्हां दे द्वारा भी मसीह दे वचन। सो ਅਸੀਂ ਇਹ ਜਿਸਲੇ ਸਾਰੀਆਂ ਚੀਜ਼ਾਂ ਦੇਖਦੇ ਪਏ ਹਾਂ, ਇਹ ਛੋਟੀਆਂ ਚੀਜ਼ਾਂ ਨੂੰ ਬਹੁਤ ਵੱਡੀਆਂ ਚੀਜ਼ਾਂ। ਸੋ ਆਪਾਂ ਹੁਣ ਆਪਣੇ ਵਾਪਸ ਆਉਣੇ ਲੂਕਾ ਦੀ ਅੰਜੀਲ ਸਾਨੂੰ ਇਹ ਦੱਸਿਆ ਗਿਆ ਐਕਸਟਰਾ ਕਿ ਪ੍ਰਭੂ ਨੇ ਕਿਹਾ ਮੇਰੀ ਯਾਦ ਦੇ ਵਿੱਚ ਤੁਸੀਂ ਹਮੇਸ਼ਾ ਕਰਿਆ ਕਰੋ। ਔਰ ਉਹ ਸਾਰੀਆਂ ਚੀਜ਼ਾਂ ਕਿੱਥੇ ਹੋ ਰਹੀਆਂ? ਪਸਾਹ ਦੇ ਤਿਉਹਾਰ ਤੇ, ਜਦੋਂ ਪਸਾਹ ਦੇ ਤਿਉਹਾਰ ਦਾ ਉਹ ਖਾਣਾ ਖਾਂਦੇ ਪਏ। ਸੋ ਪ੍ਰਭੂ ਨੇ ਉਸ ਨੂੰ ਸਾਡੇ ਲਈ ਕਿਸ ਤਰ੍ਹਾਂ, ਅਸੀਂ ਜੋ ਮਸੀਹੀ ਆ ਉਹ ਹੁਣ ਅਸੀਂ ਕਿਸ ਤਰ੍ਹਾਂ ਯਾਦ ਕਰਦੇ ਹਾਂ? ਇਹ ਪਰਛਾਵੇਂ ਆ ਸਾਡੇ ਕੋਲ ਅਸਲੀਅਤ ਆ। ਜਿਸ ਪ੍ਰਭੂ ਯਿਸੂ ਮਸੀਹ ਨੇ ਇਹ ਕਿਹਾ ਕਿ ਇਹ ਮੇਰਾ ਸ਼ਰੀਰ ਆ, ਸਾਹਮਣੇ ਮੇਮਣਾ ਜਿਹੜਾ ਪਕਾ ਦਿੱਤਾ ਗਿਆ, ਜਿਹੜਾ ਰੋਸਟ ਹੋ ਚੁੱਕਾ, ਜਿਹਦਾ ਖੂਨ ਬਹਾ ਦਿੱਤਾ ਗਿਆ, ਔਰ उसनू पूरे का पूरा उसे तरह ही रोस्ट किया गया। और जो असूल सीगा उस समय का जो सानू पता लगता कि पर ओदा जिहड़ा सिर हुंदा सी उसनू पक्किया हुंदा सी, सिर भी पकाया हुंदा सी, पर उसनू वो कपड़े दे नाल ढक दिंदे सी। लेकिन सिर्फ उसदी जिहड़ी आह नसां कट्टियां जांदियां सी, हड्डी नू नहीं छुया जांदा सी, हड्डी नू नहीं छुया जांदा सी, सिर्फ नसां कट्टियां जांदियां सी और उसनू वो ब्लीड होके वो अपने साह दी जिहड़ी नस आ इसनू कट्टिया जांदा सी। और इस तरह जिहड़ा लहू दीयां नसां जिहड़ियां दो पासे जांदियां और वो जिहड़ा मेमना उसनू इस तरह बली कीता जांदा सी। पर हुण प्रभु उस मेमने वाल भी देखते पए आ, और जिहड़ा मेमना साडे लई जिस दे लई सानू ये दस्सिया गया यूहन्ना बपतिस्मा दे द्वारा देण वाले दे द्वारा, देखो परमेश्वर दा मेमना जो सब पापां नूं चुक के लै जांदा है। पसाह दा त्योहार प्रभु उत्थे बैठे और प्रभु उन्हां नूं कह रहे आ ते रोटी उन्हां ने लई और जिहड़ी रोटी हुंदी सी वो अपने आप तो बड़ी पुरपरी जी हुंदी सी, जिहदा बड़ी खुश्क हुंदी सी, उहदे विच क्योंकि उन्हां ने लवण नहीं पाया हुंदा सी। तो उसनूं एक्चुअली वो ਜਿਹੜਾ ਹੁੰਦਾ ਸੀਗਾ ਮਾਸ ਤੋਂ ਜਿਹੜਾ ਜੂਸ ਨੂੰ ਸੀ ਉਹ ਚ ਥੋੜੀ ਉਹਨਾਂ ਨੂੰ ਭੇਣਾ ਹੁੰਦਾ ਸੀਗਾ ਉਹਨਾਂ ਨੇ। ਸੋ ਉਹ ਲਈ ਤੇ ਉਸਨੇ ਉਹਨੂੰ ਤੋੜ ਕੇ ਕਿਹਾ ਕਿ ਇਹ ਮੇਰਾ ਸਰੀਰ ਜੋ ਤੁਹਾਡੇ ਲਈ ਤੋੜਿਆ ਜਾਂਦਾ। ਔਰ ਫਿਰ ਇਸੇ ਤਰ੍ਹਾਂ ਉਹਨਾਂ ਨੇ ਪਿਆਲਾ ਲਿਆ ਔਰ ਕਿਹਾ ਇਹ ਮੇਰਾ ਲਹੂ ਜੋ ਤੁਹਾਡੇ ਲਈ ਬਹਾਇਆ ਜਾਂਦਾ। ਸੋ ਅਸੀਂ ਪਸਾਹ ਦਾ ਤਿਉਹਾਰ ਕਿਸ ਤਰ੍ਹਾਂ ਮਨਾਉਂਦੇ? ਅਸੀਂ ਗੁੱਡ ਫਰਾਈਡੇ ਨੂੰ ਮਨਾਉਂਦੇ, ਰਾਈਟ? ਅਸੀਂ ਕਿਸ ਤਰ੍ਹਾਂ ਮਨਾਉਂਦੇ? ਬਿਲਕੁਲ ਉਸੇ ਤਰ੍ਹਾਂ, ਬਿਲਕੁਲ ਉਸੇ ਤਰ੍ਹਾਂ। ਸੋ ਉਹ ਸਾਡਾ ਪਸਾਹ ਦਾ ਤਿਉਹਾਰ। ਪਰ ਅਗਰ ਅਸੀਂ ਉਹ ਪਸਾਹ ਦਾ ਤਿਉਹਾਰ ਨਹੀਂ ਮਨਾਉਂਦੇ ਤਾਂ ਫਿਰ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਸੀਗਾ
ਜੇ ਤੈਨੂੰ ਮੈਂ ਨਾ ਧੋਵਾਂ। ਉਹ ਵੀ ਪਸਾਹ ਦੇ ਤਿਉਹਾਰ ਤੇ ਹੋਇਆ, ਉਹ ਵੀ ਪਸਾਹ ਦੇ ਤਿਉਹਾਰ ਤੇ ਹੋਇਆ। ਕਦੋਂ ਹੋਇਆ? ਖਾਣਾ ਖਾਣ ਤੋਂ ਬਾਅਦ। ਜਿਸ ਵੇਲੇ ਉਹ ਖਾਣਾ ਖਾ ਚੁੱਕੇ ਤਾਂ ਯਿਸੂ ਨੇ ਕੀ ਕੀਤਾ? ਯਿਸੂ ਨੇ ਆਪਣੇ ਉੱਪਰਲੇ ਕੱਪੜੇ ਲਾ ਦਿੱਤੇ, ਇੱਕ ਪਰਨਾ ਆਪਣੇ ਲੱਕ ਦੇ ਦੁਆਲੇ ਬੰਨਿਆ ਔਰ ਉਸਨੇ ਪਾਣੀ ਲਿਆ ਔਰ ਉਸ ਪਾਣੀ ਦੇ ਨਾਲ ਉਸਨੇ ਉਹਨਾਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਔਰ ਪਰਨੇ ਦੇ ਨਾਲ ਸੁਕਾਉਣੇ ਸ਼ੁਰੂ ਕਰ ਦਿੱਤੇ। ਇਹ ਵੀ ਇਸੇ ਪਸਾਹ ਦੇ ਤਿਉਹਾਰ ਤੇ ਹੋ ਰਿਹਾ। ਔਰ ਫਿਰ ਕੀ ਹੁੰਦਾ ਪਿਆ? ਤਾਂ ਜਿਸਲੇ ਉਹ ਪਤਰਸ ਦੇ ਕੋਲ ਪਹੁੰਚੇ, ਪਤਰਸ ਨੇ ਕਿਹਾ, ਪ੍ਰਭੂ ਜੀ ਤੁਸੀਂ ਇਸ ਤਰ੍ਹਾਂ ਮੇਰੇ ਨਾਲ ਨਹੀਂ ਕਰ ਸਕਦੇ, ਤੁਸੀਂ ਮੇਰੇ ਪੈਰ ਕਦੀ ਨਹੀਂ ਧੋਵੋਗੇ। ਤੇ ਯਿਸੂ ਨੇ ਉਸਨੂੰ ਕੀ ਕਿਹਾ? ਜੇ ਤੈਨੂੰ ਮੈਂ ਨਾ ਧੋਵਾਂ ਤਾਂ ਤੇਰੇ ਵਿੱਚ ਮੇਰਾ ਕੁਝ ਵੀ ਨਹੀਂ ਹੈ। ਤੇਰੇ ਵਿੱਚ ਮੇਰਾ ਕੁਝ ਵੀ ਨਹੀਂ ਹੈ। ਸੋ ਇਹ ਜਿਹੜਾ ਇਨਸਾਨ ਇੱਥੇ, ਇਹ ਇੰਪੋਰਟੈਂਟ ਆ ਚੀਜ਼ ਦੇਖਣ ਵਾਲੀ। ਅਗਰ ਤੁਸੀਂ ਪ੍ਰਭੂ ਦੇ ਵਚਨ ਦਾ ਪ੍ਰਚਾਰ ਕਰਦੇ ਆ ਤੇ ਤੁਸੀਂ ਇਹ 3 ਹਿੱਸੇ ਇੱਥੇ ਲਿਖ ਸਕਦੇ ਆ। ਯਹੋਨਾ ਦਾ 13ਵਾਂ ਭਾਵ, ਮੱਤੀ ਦਾ 26ਵਾਂ ਭਾਵ ਔਰ ਇਸ ਦੇ ਨਾਲ ਜਿਹੜਾ ਅਗਲਾ ਹਿੱਸਾ ਇਸ ਦੇ ਨਾਲ ਜੁੜਦਾ ਹੈਗਾ, ਉਹ ਇਹ ਜਿਹੜਾ ਅਸੀਂ 9ਵਾਂ ਹਿੱਸਾ ਦੇਖਦੇ ਪਏ ਜਾਂ ਇਹ ਜਿਹੜਾ ਹਿੱਸਾ ਅਸੀਂ ਦੇਖਦੇ ਪਏ। ਸੋ ਹੁਣ ਕੀ ਹੋ ਗਿਆ? ਸੋ ਉਹ ਇੱਕ ਇਨਸਾਨ, ਉੱਥੇ ਪਤਰਸ ਨੇ ਤਾਂ ਆਪਣੇ ਆਪ ਨੂੰ ਆਪ ਹੀ ਕਹਿ ਦਿੱਤਾ ਸੀ ਕਿ ਬਸ ਤੂੰ ਮੇਰੇ ਨਾਲ ਏਦਾਂ ਨਹੀਂ ਕਰ ਸਕਦਾ, ਲੇਕਿਨ ਇਹ ਇਨਸਾਨ ਵਿਲਿੰਗਲੀ ਅੱਗੇ ਆ ਰਿਹਾ। ਉਹ ਕਹਿੰਦਾ ਮੈਂ ਚੜਾਵਾ ਚੜਾਉਣਾ ਮੰਗਦਾ, ਮੈਂ ਸਾਰਾ ਕੁਝ ਕਰਨਾ ਮੰਗਦਾ, ਪਰ ਮੈਨੂੰ ਕਰਨ ਨਹੀਂ ਦਿੱਤਾ ਜਾ ਰਿਹਾ। ਹੁਣ ਮੈਨੂੰ ਦੱਸੋ, ਮੈਂ ਤਾਂ ਜੇ ਮੈਂ ਨਾ ਮਨਾਇਆ ਤੇ ਮੈਂ ਤਾਂ ਵੀ ਮਰਦਾ, ਜੇ ਮੈਂ ਮਨਾਉਣਾ ਤੇ ਇਹ ਮੈਨੂੰ ਮਨਾਉਣ ਨਹੀਂ ਦਿੰਦੇ ਪਏ, ਮੇਰਾ ਕੀ ਬਣੂ? ਤੇ ਪ੍ਰਭੂ ਨੇ ਮੂਸਾ ਨੂੰ ਕਿਹਾ ਕਿ ਤੂੰ ਇਸ ਨੂੰ ਕਹਿ ਕਿ ਪਸਾਹ ਦਾ ਤਿਉਹਾਰ ਮਨਾ ਸਕਦਾ, ਪਸਾਹ ਦਾ ਤਿਉਹਾਰ ਮਨਾ ਸਕਦਾ, ਕਿਉਂਕਿ ਪਾਪ ਮੌਤ ਪੈਦਾ ਕਰਦਾ। ਇਸ ਕਰਕੇ ਪਾਪ ਨੂੰ ਮੋਹਰੇ ਰੱਖਦਿਆਂ ਹੋਇਆਂ ਉਹ ਕੁੜੱਤਣ ਖਾਵੇ। ਉਹ ਜਿਹੜੀ ਕੌੜੀ ਸਰੋਂ ਆ, ਕਈ ਉਸਨੂੰ ਜੰਗਲੀ ਸਰੋਂ ਵੀ ਕਹਿੰਦੇ ਆ, ਉਹ ਜਿਹੜੀ ਜੰਗਲੀ ਸਰੋਂ ਆ ਉਸਦੇ ਪੱਤੇ ਉਹ ਪਹਿਲਾਂ ਖਾਣ ਤੇ ਉੱਥੇ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਸਾਡੀ ਗੁਲਾਮੀ ਦੀ ਕੜਵਾਹਟ ਉਹਨਾਂ ਨੂੰ ਪਤਾ ਲੱਗੇਗੀ। ਫਿਰ ਉਸ ਤੋਂ ਬਾਅਦ ਜਿਹੜੇ ਸਵਾਦੀ ਭੋਜ ਬਣਾਏ ਆ, ਫਿਰ ਤੁਸੀਂ ਉਸ ਤੋਂ ਬਾਅਦ ਉਹ ਖਾਇਓ। ਉਹ ਇੱਕ ਆਜ਼ਾਦੀ ਦਾ ਜਸ਼ਨ ਹੋਵੇਗਾ, ਆਜ਼ਾਦੀ ਦਾ ਜਸ਼ਨ ਹੋਵੇਗਾ। ਔਰ ਸਾਡਾ ਜਿਹੜਾ ਕੁੜੱਤਣ ਵਾਲਾ ਦਿਨ ਹੁੰਦਾ, ਅਸਲ ਦੇ ਵਿੱਚ ਸਾਡੇ ਲਈ ਉਹ ਗੁੱਡ ਫਰਾਈਡੇ ਵਾਲਾ ਦਿਨ। ਉਸ ਦਿਨ ਦਿਲ ਹਿੱਲ ਜਾਂਦਾ ਜਦੋਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਚੀਜ਼ਾਂ ਪੜ੍ਹਦੇ। ਮੈਨੂੰ ਮਨਦੀਪ ਤੇ ਡੈਡੀ ਦੀ ਹਾਲੇ ਵੀ ਗੱਲ ਚੇਤੇ ਆਉਂਦੀ ਹੈ ਤੇ ਅਸੀਂ ਆਈ ਥਿੰਕ ਮੇਰੇ ਖਿਆਲ ਉਸ ਵੇਲੇ ਅਸੀਂ ਯਹੋਨਾ ਦੇ ਵਿੱਚੋਂ ਦੀ ਗੁਜ਼ਰਦੇ ਪਏ ਸੀਗੇ ਤਾਂ ਅਸੀਂ ਉਹ ਹਿੱਸਾ ਪੜ੍ਹਿਆ ਜਿੱਥੇ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੀ ਮੌਤ ਦਿੱਤੀ ਗਈ ਔਰ ਉਹਨਾਂ ਨੇ ਉਹ ਵਚਨ ਪੜ੍ਹਿਆ ਤੇ ਉਹਨਾਂ ਨੇ ਕਿਹਾ ਕਿ ਮੇਰਾ ਦਿਲ ਹਿੱਲ ਗਿਆ, ਮੇਰਾ ਦਿਲ ਹਿੱਲ ਗਿਆ। ਉਸ ਦਿਨ ਆਈ ਥਿੰਕ ਉਸ ਦਿਨ ਗੁੱਡ ਫਰਾਈਡੇ ਸੀ ਜਦੋਂ ਉਹਨਾਂ ਨੇ ਸਾਡੇ ਲਈ ਵਚਨ ਪੜ੍ਹਿਆ ਸੀ। ਔਰ ਇਹ ਜਿਸ ਵੇਲੇ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਦੇਖਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਬਦਲੀ ਨਹੀਂ ਹੈਗੀ। ਸਿਰਫ ਇੰਨਾ ਆ ਕਿ ਜੋ ਕੁਛ ਹੁਣ ਅਸੀਂ ਇਹ ਲੋਕ ਗੁਜ਼ਰਦੇ ਪਏ ਆ, ਇਹ ਪਰਛਾਈਆਂ ਹੈ, ਅਸੀਂ ਸੱਚਾਈਆਂ ਦੇ ਵਿੱਚ ਜੀ ਰਹੇ ਹਾਂ, ਅਸੀਂ ਅਸਲੀ ਦੇ ਵਿੱਚ ਜੀ ਰਹੇ ਹਾਂ, ਇਹ ਪਰਛਾਵੇਂ ਦੇ ਵਿੱਚ ਜੀ ਰਹੇ ਸੀ। ਸੋ ਇਹਨਾਂ ਚੀਜ਼ਾਂ ਨੂੰ ਜਿਸ ਲਈ ਅਸੀਂ ਦੇਖਦੇ ਪਏ ਹਾਂ ਤਾਂ ਅਸੀਂ ਇਹ ਦੇਖਦੇ ਪਏ ਹਾਂ ਕਿ ਜਿਸ ਵੇਲੇ ਅਸੀਂ ਮੱਤੀ ਦੇ 26ਵੇਂ ਭਾਵ ਦੇ ਵਿੱਚ ਜਾਂ ਲੂਕਾ ਦੇ ਵਿੱਚ ਜਿੱਥੇ ਇਹ ਸਾਨੂੰ ਹਿੱਸਾ ਦਿੱਤਾ ਗਿਆ, ਲੂਕਾ 22 ਜਾਂ 23 ਦੇ ਵਿੱਚ ਹਿੱਸਾ ਦਿੱਤਾ ਗਿਆ ਔਰ ਇਸੇ ਤਰ੍ਹਾਂ ਯਹੋਨਾ ਦੇ ਵਿੱਚ 14
14 ਚੈਪਟਰ ਦੇ ਵਿੱਚ ਇਹ ਸਾਨੂੰ ਹਿੱਸਾ ਦਿੱਤਾ ਗਿਆ, 14 ਜਾਂ 15 ਚੈਪਟਰ 'ਚ ਹਿੱਸਾ ਦਿੱਤਾ ਗਿਆ। ਇਹ ਜਿਸ ਵੇਲੇ ਅਸੀਂ ਇਹਨਾਂ ਨੂੰ ਦੇਖਦੇ ਹਾਂ ਤਾਂ ਇਹ ਹਿੱਸਾ ਬਿਲਕੁਲ ਉਹ ਹੈ, ਉਹ ਯਾਦ ਕਰਦੇ ਹੈ ਕਿ ਸਾਨੂੰ ਪ੍ਰਭੂ ਗੁਲਾਮੀ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ। ਔਰ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਗੁੱਡ ਫਰਾਈਡੇ ਮਨਾਇਆ ਸੀ ਤੇ ਉਸ ਵੇਲੇ ਅਸੀਂ ਸਭ ਨੂੰ ਪਹਿਲਾਂ ਖਾਣ ਦੇ ਲਈ ਕੌੜਾ ਫਲ ਦਿੱਤਾ ਸੀ, ਕੌੜੇ ਪੱਤਾ ਦਿੱਤਾ ਸੀ, ਕੋਈ ਕੌੜੀ ਚੀਜ਼ ਸੀ ਜਿਹੜੀ ਸਾਰਿਆਂ ਨੇ ਖਾਧੀ। ਔਰ ਫਿਰ ਉਸ ਤੋਂ ਬਾਅਦ ਅਸੀਂ ਪ੍ਰਭੂ ਦਾ ਭੋਜ ਲਿਆ ਸੀ ਔਰ ਅਸੀਂ ਇਹ ਯਾਦ ਕੀਤਾ ਸੀ ਕਿ ਇਹ ਕੁੜੱਤਣ ਪਾਪ ਦੀ ਆ ਔਰ ਜਿਹੜਾ ਪ੍ਰਭੂ ਦਾ ਭੋਜ ਹੈ ਇਹ ਸਾਡਾ ਨਵਾਂ ਜੀਵਨ, ਇਹ ਆਜ਼ਾਦੀ ਦੀ ਖੁਸ਼ੀ ਹੈ, ਇਹ ਸਾਡੀ ਆਜ਼ਾਦੀ ਦੀ ਖੁਸ਼ੀ ਹੈ। ਪਰ ਇਹ ਦਿਨ ਫਿਰ ਵੀ ਭਾਰਾ, ਕਿਉਂਕਿ ਇਸ ਦਿਨ ਉਹ ਮੇਮਣਾ ਜੋ ਸਾਨੂੰ ਦਿੱਤਾ ਗਿਆ, ਜੋ ਬਾਪ ਨੇ ਆਪ ਦਿੱਤਾ, ਉਸ ਨੂੰ ਸਲੀਬੇ ਚੜਾਇਆ ਗਿਆ ਸੀ। ਇਹ ਅਸੀਂ ਉਸ ਦੀ ਯਾਦ ਦੇ ਵਿੱਚ ਕਰਦੇ ਪਏ ਹਾਂ। ਸੋ ਇੱਥੇ ਵੀ ਹੁਣ ਇਹ ਔਰ ਸੇਮ ਥਿੰਗ ਵਿਦ ਦਾ 13ਵਾਂ ਭਾਵ ਕਿ ਜੇ ਤੂੰ ਨਾ ਕਰੇ, ਜੇ ਤੂੰ ਨਾ ਮੈਨੂੰ ਧੋਣ ਦੇ ਤਤ ਮੇਰਾ ਤੇਰੇ ਵਿੱਚ ਕੁਝ ਨਹੀਂ। ਸੋ ਇਸ ਬੰਦੇ ਨੂੰ ਕਿਹਨੇ ਧੋਇਆ, ਇਹਦਾ ਟੱਬਰ ਨੂੰ ਕਿਹਨੇ ਸਾਫ਼ ਕੀਤਾ? ਉਹ ਜੋ ਇਹਨਾਂ ਦੇ ਘਰ ਮੌਤ ਹੋ ਗਈ ਸੀ, ਜਿਹੜੀ ਅਸ਼ੁੱਧਤਾ ਸੀ, ਅਸ਼ੁੱਧਤਾ ਤੋਂ ਸ਼ੁੱਧ ਕਿਹਨੇ ਕੀਤਾ? ਪ੍ਰਭੂ ਨੇ ਆਪ, ਪ੍ਰਭੂ ਨੇ ਆਪ। ਔਰ ਪ੍ਰਭੂ ਨੇ ਕਿਹਾ, ਕਹਿਣ ਦਾ ਕੀ ਮਤਲਬ, ਤੁਸੀਂ ਜਿਹੜੀ ਮਰਜ਼ੀ ਹਾਲਤ ਦੇ ਵਿੱਚ ਹੋ, ਤੁਸੀਂ ਪ੍ਰਸਾਦ ਦਾ ਤਿਉਹਾਰ ਜ਼ਰੂਰ ਮਨਾਉਣਾ। ਤੁਸੀਂ ਪ੍ਰਸਾਦ ਦਾ ਤਿਉਹਾਰ ਹਰ ਇੱਕ ਇਨਸਾਨ ਨੇ ਜ਼ਰੂਰ ਮਨਾਉਣਾ। ਸੋ ਇਹ ਪ੍ਰਸਾਦ ਦਾ ਤਿਉਹਾਰ ਮਨਾਇਆ ਜਾ ਰਿਹਾ, ਇਹ ਪਹਿਲਾ ਪ੍ਰਸਾਦ ਦਾ ਤਿਉਹਾਰ ਮਨਾਇਆ ਜਾ ਰਿਹਾ। ਪਰ ਅਗੇਨ ਇਹ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਪਹਿਲੇ 9 ਚੈਪਟਰ ਇਹਦੇ, ਇਹ ਐਕਚੁਅਲੀ ਕੂਚ ਦੇ ਵਿੱਚ ਬਿਲੋਂਗ ਕਰਦੇ ਆ। ਇਹ ਕੂਚ ਦੇ 39 ਤੇ 40 ਚੈਪਟਰ ਦੇ ਗੱਭੇ ਫਿੱਟ। ਓਕੇ, ਸੋ ਆਓ ਅਸੀਂ ਹੁਣ ਇਸ ਦਾ ਅਗਲਾ ਹਿੱਸਾ ਦੇਖੀਏ। 15 ਤੋਂ ਲੈ ਕੇ 23 ਤੱਕ ਜਿਸ ਨੂੰ ਮਿਲ ਜਾਏ ਉਹ ਇਸ ਨੂੰ ਪੜ੍ਹਦਾ ਹੈ। ਅੱਗ ਵਰਗਾ ਬੱਦਲ। ਜਿਸ ਦਿਨ ਪਵਿੱਤਰ ਤੰਬੂ ਲਾਇਆ ਗਿਆ, ਉਸੇ ਦਿਨ ਤੰਬੂ ਅਤੇ ਨੇਮ ਦੇ ਸੰਦੂਕ ਨੂੰ ਇੱਕ ਬੱਦਲ ਨੇ ਆ ਕੇ ਢੱਕ ਲਿਆ, ਜੋ ਉਸ ਉੱਤੇ ਹਮੇਸ਼ਾ ਰਿਹਾ। ਰਾਤ ਦੇ ਵੇਲੇ ਉਹ ਬੱਦਲ ਅੱਗ ਦੇ ਵਰਗਾ ਦਿਸਦਾ ਸੀ। ਉਹ ਬੱਦਲ ਤੰਬੂ ਦੇ ਉੱਤੋਂ ਜਦੋਂ ਹਟ ਜਾਂਦਾ ਸੀ ਤਾਂ ਇਜ਼ਰਾਈਲੀ ਲੋਕ ਆਪਣੇ ਡੇਰੇ ਪੁੱਟ ਕੇ ਚੱਲ ਪੈਂਦੇ ਸਨ, ਪਰ ਜਦੋਂ ਉਹ ਫਿਰ ਤੰਬੂ ਉੱਤੇ ਠਹਿਰ ਜਾਂਦਾ ਸੀ ਤਾਂ ਆਪਣੇ ਡੇਰੇ ਗੱਡ ਲੈਂਦੇ ਸਨ। ਸੋ ਲੋਕ ਪ੍ਰਭੂ ਦੀ ਆਗਿਆ ਅਨੁਸਾਰ ਅੱਗੇ ਚੱਲਦੇ ਸਨ ਅਤੇ ਉਸ ਦੀ ਆਗਿਆ ਅਨੁਸਾਰ ਹਰ ਥਾਂ ਠਹਿਰਦੇ ਸਨ। ਜਦੋਂ ਤੱਕ ਤੰਬੂ ਉੱਤੇ ਬੱਦਲ ਰਹਿੰਦਾ ਸੀ, ਉਹ ਲੋਕ ਆਪਣੇ ਰਹਿਣ ਦੀ ਥਾਂ ਤੇ ਰਹਿੰਦੇ ਸਨ। ਬੇਸ਼ੱਕ ਤੰਬੂ ਦੇ ਬੱਦਲ ਕਿੰਨੇ ਹੀ ਦਿਨ ਕਿਉਂ ਨਾ ਰਹੇ, ਪਰ ਉਹ ਉਨਾ ਚਿਰ ਅੱਗੇ ਨਹੀਂ ਵਧਦੇ ਸਨ। ਕਈ ਵਾਰ ਬੱਦਲ ਤੰਬੂ ਤੇ ਕੁਝ ਦਿਨ ਰਹਿੰਦਾ ਸੀ ਤਾਂ ਉਹ ਕੁਝ ਦਿਨ ਉੱਥੇ ਰਹਿ ਕੇ ਪ੍ਰਭੂ ਦੀ ਆਗਿਆ ਅਨੁਸਾਰ ਅੱਗੇ ਚੱਲ ਪੈਂਦੇ ਸਨ। ਪਰ ਕਈ ਵਾਰ ਕੇਵਲ ਤਰਕਾਲਾਂ ਤੋਂ ਲੈ ਅਗਲੀ ਸਵੇਰ ਤੱਕ ਬੱਦਲ ਤੰਬੂ ਤੇ ਰਹਿੰਦਾ ਸੀ ਤਾਂ ਉਹ ਬੱਦਲ ਦੇ ਤੰਬੂ ਤੋਂ ਹਟਦਿਆਂ ਹੀ ਅੱਗੇ ਚੱਲ ਪੈਂਦੇ ਸਨ। ਗੱਲ ਕੀ, ਚਾਹੇ ਬੱਦਲ ਤੰਬੂ ਤੇ 2 ਦਿਨ ਰਹੇ ਜਾਂ ਮਹੀਨਾ ਭਰ ਜਾਂ ਕਿਸੇ ਲੰਮੇ ਸਮੇਂ ਤੱਕ, ਤਾਂ ਇਜ਼ਰਾਈਲੀ ਲੋਕ ਉਨੇ ਸਮੇਂ ਤੱਕ ਉੱਥੇ ਹੀ ਰਹਿੰਦੇ ਸਨ, ਪਰ ਬੱਦਲ ਦੇ ਹਟਦਿਆਂ ਹੀ ਅੱਗੇ ਚੱਲ ਪੈਂਦੇ ਸਨ। ਸੋ ਪ੍ਰਭੂ ਦੀ ਆਗਿਆ ਅਨੁਸਾਰ ਜੋ ਉਹ ਮੂਸਾ ਨੂੰ ਦਿੰਦਾ ਸੀ, ਇਜ਼ਰਾਈਲੀ ਲੋਕ ਉਸ ਅਨੁਸਾਰ ਕਿਸੇ ਥਾਂ ਤੇ ਠਹਿਰਦੇ ਸਨ ਜਾਂ ਉੱਥੋਂ ਅੱਗੇ ਜਾਂਦੇ ਸਨ। ਆਮੀਨ। ਅਸੀਂ ਇਹ ਹਿੱਸਾ ਕਿੱਥੇ ਦੇਖਿਆ ਸੀਗਾ ਪਹਿਲਾਂ? ਕੂਚ ਦੇ 40ਵੇਂ ਭਾਗ ਦੇ ਵਿੱਚ ਕਿੰਨੀ 34 ਆਇਤ ਤੋਂ ਲੈ ਕੇ 38 ਆਇਤ ਤੱਕ। ਔਰ ਜਿਸ ਲਈ ਅਸੀਂ 34 ਆਇਤ ਤੋਂ ਲੈ ਕੇ 38 ਆਇਤ ਤੱਕ ਪੜ੍ਹਦੇ ਹਾਂ, ਕਹਿੰਦਾ ਤਦ ਸੰਗਤ ਦੇ ਤੰਬੂ ਤੇ ਬੱਦਲ ਛਾ ਗਿਆ, ਪ੍ਰਭੂ ਦੇ ਤੇਜ ਦੇ ਨਾਲ ਸਾਰਾ ਤੰਬੂ ਭਰ ਗਿਆ। ਸੋ ਤੰਬੂ ਬੱਦਲ ਤੇ ਛਾ ਜਾਣ ਕਾਰਨ ਉਸਦੇ ਪ੍ਰਭੂ ਦੇ ਤੇਜ ਦੇ ਨਾਲ ਭਰ ਜਾਣ ਕਾਰਨ ਮੂਸਾ ਉਸਦੇ ਅੰਦਰ ਨਾ ਜਾ ਸਕਿਆ। ਇਜ਼ਰਾਈਲੀ ਆਪਣੇ ਸਾਰੇ ਸਫ਼ਰ ਦੇ ਵਿੱਚ ਤੰਬੂ ਤੋਂ ਬੱਦਲ ਹਟ ਜਾਂਦਾ ਸੀ ਤਾਂ ਉਹ ਆਪਣੇ ਸਫ਼ਰ ਅੱਗੇ ਵੱਧਦੇ ਸਨ, ਪਰ ਜਿੰਨਾ ਸਮਾਂ ਜਾਂ ਦਿਨ ਬੱਦਲ ਤੰਬੂ ਤੇ ਛਾਇਆ ਰਹਿੰਦਾ ਸੀ, ਉਹ ਆਪਣੇ ਸਫ਼ਰ ਦੇ ਲਈ ਅੱਗੇ ਨਹੀਂ ਵੱਧਦੇ ਸਨ। ਕਿਉਂ? ਉਹਨਾਂ ਨੇ ਆਪਣੇ ਸਾਰੇ ਲੰਬੇ ਸਫ਼ਰ ਦੇ ਵਿੱਚ ਹਮੇਸ਼ਾ ਤੰਬੂ ਦੇ ਉੱਤੇ ਦਿਨ ਦੇ ਵੇਲੇ ਬੱਦਲ ਦੇਖਿਆ ਤੇ ਰਾਤ ਦੇ ਵੇਲੇ ਅੱਗ।
See, so ਇਹ same ਚੀਜ਼ ਜਿਹੜੀ ਅਸੀਂ ਹੁਣ ਪੜ੍ਹ ਕੇ ਹਟੇ ਹਾਂ। ਸੋ ਇਹ ਨਿਸ਼ਾਨੀ ਹੁੰਦੀ ਸੀ ਉਹਨਾਂ ਦੇ ਲਈ, ਜਿਸ ਲਈ ਤੰਬੂ ਦੇ ਉੱਤੇ ਪ੍ਰਭੂ ਦਾ ਤੇਜ, ਉਹਨਾਂ ਨੇ ਤੰਬੂ ਜਿੱਥੇ ਲਾਇਆ, ਤੰਬੂ ਦਾ ਤੇਜ ਉੱਥੇ ਪ੍ਰਭੂ ਦਾ ਤੇਜ ਉਸ ਤੰਬੂ ਦੇ ਉੱਤੇ ਆਉਂਦਾ ਸੀ। ਦੋ ਤਰੀਕੇ ਦੇ ਨਾਲ ਪ੍ਰਭੂ ਦੀ ਹਜ਼ੂਰੀ ਉਹਨਾਂ ਦੇ ਵਿੱਚ ਰਹਿੰਦੀ ਸੀ। ਕਿਆ ਹੋਏਗਾ, ਕਿੰਨੀ ਬਰਕਤ ਹੋਏਗੀ ਉਹਨਾਂ ਲੋਕਾਂ ਦੇ ਕੋਲ, ਜਿਨ੍ਹਾਂ ਨੂੰ ਪਤਾ ਕਿ ਜੋ ਮੂਸਾ ਦੇ ਨਾਲ ਪ੍ਰਭੂ ਨੇ ਵਾਅਦਾ ਕੀਤਾ ਸੀ, ਪ੍ਰਭੂ ਆਪਣਾ ਵਾਅਦਾ ਦੇਖੋ ਕਿਸ ਤਰ੍ਹਾਂ ਪੂਰਾ ਕਰਦਾ। ਕਿ ਪ੍ਰਭੂ ਨੇ ਉਸਨੇ ਕਿਹਾ ਸੀ ਮੇਰੇ ਨਾਲ ਆ ਜਾਓ। ਆਈ ਨੋ ਦੈਟ ਕਿ ਅਸੀਂ ਉਸ ਚੈਪਟਰ ਚ ਬਾਰ-ਬਾਰ ਜਾਣਨੇ, ਪਰ ਉਹ ਚੈਪਟਰ ਇੰਪੋਰਟੈਂਟ ਹੀ ਬਹੁਤ ਹੈ, ਇਸ ਲਈ ਅਸੀਂ ਕੂਚ ਦੇ 34ਵੇਂ ਭਾਗ ਦੇ ਵਿੱਚ ਜਾਣਨੇ ਮੁੜ ਕੇ ਹੁਣ ਅਸੀਂ ਥੋੜਾ ਜਿਹਾ ਉਸਨੂੰ ਅੱਗੇ ਦੇਖਾਂਗੇ। ਤਾਂ ਪ੍ਰਭੂ ਨੂੰ 33ਵੇਂ ਭਾਗ ਦੇ ਵਿੱਚ ਤੋਂ ਅਸੀਂ ਜਾਣਾਂਗੇ। ਤੇਤੀਵਾਂ ਭਾਗ ਵੀ ਬੇਸਿਕਲੀ ਜਿਹੜਾ ਹੈਗਾ ਉਹ ਇਹਨਾਂ ਚੀਜ਼ਾਂ ਦੇ ਵਿੱਚ ਹੀ ਆਉਂਦਾ ਕਿ ਪ੍ਰਭੂ ਉੱਥੇ ਸਾਨੂੰ ਦੱਸਿਆ ਗਿਆ ਕਿ ਪ੍ਰਭੂ ਦੇ ਤੰਬੂ ਦੇ ਬਾਰੇ ਹੀ ਸਾਰੀਆਂ ਚੀਜ਼ਾਂ ਸਾਨੂੰ ਦੱਸੀਆਂ ਗਈਆਂ। ਇਹ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਜਿਹੜੇ ਪਹਿਲੇ 9 ਚੈਪਟਰ ਉਹਦੇ ਵਿੱਚ ਫਿੱਟ ਹੁੰਦੇ ਆ, ਉਹ ਕੂਚ ਦੇ ਚੈਪਟਰ ਐਕਚੁਅਲੀ, ਔਰ ਉਹ ਸਿਰਫ ਕੂਚ ਦੇ ਜਿਹੜੇ ਉਹ ਛੋਟੇ ਇਨਸੀਡੈਂਟ ਆ ਉਹਨਾਂ ਨੂੰ ਵੱਡਾ ਕਰਕੇ ਸਾਨੂੰ ਵੱਡਾ ਕਰਕੇ ਪ੍ਰਭੂ ਦੇ ਆਤਮਾ ਨੇ ਸਾਡੇ ਲਈ ਖੋਲਿਆ, ਮੂਸਾ ਦੇ ਰਾਹੀਂ ਲਿਖਵਾਏ। ਸੋ ਅਸੀਂ ਜਿਸ ਲਈ 33 ਭਾਗ ਦੀ 7ਵੀਂ ਆਇਤ ਤੋਂ ਲੈ ਕੇ ਅਸੀਂ 18 ਆਇਤ ਤੱਕ ਐਕਚੁਅਲੀ ਦੇਖ 7 ਤੋਂ 18 ਜਿਸ ਨੂੰ ਮੈਂ ਹੀ ਪੜ੍ਹਦਾ ਬਸ ਨਹੀਂ। ਗੋ ਹੈਡ। ਪ੍ਰਭੂ ਦੀ ਹਜ਼ੂਰੀ ਵਾਲਾ ਤੰਬੂ। ਜਦੋਂ ਲੋਕ ਕਿਸੇ ਥਾਂ ਤੇ ਵੀ ਡੇਰੇ ਲਾਉਂਦੇ ਤਾਂ ਮੂਸਾ ਪ੍ਰਭੂ ਦੇ ਤੰਬੂ ਨੂੰ ਲੋਕਾਂ ਦੇ ਤੰਬੂਆਂ ਤੋਂ ਕੁਝ ਹਟਵਾ ਕਰਕੇ ਲਾ ਦਿੰਦਾ ਸੀ। ਲੋਕਾਂ ਨੂੰ ਜਦੋਂ ਵੀ ਆਪਣੇ ਕਿਸੇ ਕੰਮ ਦੇ ਲਈ ਪ੍ਰਭੂ ਦੀ ਇੱਛਾ ਜਾਣਨ ਦੀ ਲੋੜ ਹੁੰਦੀ ਤਾਂ ਉਹ ਉੱਥੇ ਬਾਹਰ ਉਸ ਕੋਲ ਚਲੇ ਜਾਂਦੇ ਸਨ। ਫਿਰ ਜਦੋਂ ਮੂਸਾ ਬਾਹਰ ਉਸ ਤੰਬੂ ਵੱਲ ਜਾਂਦਾ ਤਾਂ ਲੋਕ ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਕੇ ਖੜੇ ਹੋ ਜਾਂਦੇ ਸਨ ਅਤੇ ਉਸ ਦੇ ਅੰਦਰ ਜਾਣ ਤੱਕ ਇਸੇ ਹਾਲਤ ਵਿੱਚ ਰਹਿੰਦੇ ਸਨ। ਪਰ ਉਸ ਦੇ ਤੰਬੂ ਦੇ ਵਿੱਚ ਅੰਦਰ ਜਾਣ ਤੇ ਬੱਦਲ ਦਾ ਖੰਭਾ ਤੰਬੂ ਦੇ ਬੂਹੇ ਤੇ ਆ ਕੇ ਖੜਾ ਹੋ ਜਾਂਦਾ ਸੀ। ਤਦ ਪ੍ਰਭੂ ਮੂਸਾ ਨਾਲ ਉਸ ਬੱਦਲ ਦੇ ਖੰਭੇ ਵਿੱਚ ਦੀ ਹੋ ਕੇ ਗੱਲਾਂ ਕਰਦਾ ਸੀ। ਲੋਕ ਬੱਦਲ ਦੇ ਖੰਭੇ ਨੂੰ ਤੰਬੂ ਦੇ ਮੂੰਹ ਤੇ ਦੇਖਦਿਆਂ ਹੀ ਆਪਣੇ ਆਪਣੇ ਤੰਬੂ ਦੇ ਅੱਗੇ ਮੂੰਹ ਭਾਰ ਹੋ ਕੇ ਪ੍ਰਭੂ ਨੂੰ ਮੱਥਾ ਟੇਕਦੇ ਸਨ। ਇਸ ਤਰ੍ਹਾਂ ਪ੍ਰਭੂ ਮੂਸਾ ਨਾਲ ਬਿਲਕੁਲ ਆਮੋ ਸਾਹਮਣੇ ਹੋ ਕੇ ਗੱਲਾਂ ਕਰਦਾ ਸੀ, ਜਿਸ ਤਰ੍ਹਾਂ ਕੋਈ ਮਨੁੱਖ ਆਪਣੇ ਮਿੱਤਰ ਨਾਲ ਗੱਲਾਂ ਕਰਦਾ ਹੋਵੇ। ਇਸ ਦੇ ਪਿੱਛੋਂ ਮੂਸਾ ਡੇਰੇ ਵਿੱਚ ਵਾਪਸ ਆ ਜਾਂਦਾ ਸੀ, ਪਰ ਉਸ ਦਾ ਸੇਵਕ ਨੂਨ ਦਾ ਪੁੱਤਰ ਗੱਭਰੂ ਯਹੋਸ਼ੂਆ ਉੱਥੇ ਤੰਬੂ ਵਿੱਚ ਹੀ ਰਹਿੰਦਾ ਸੀ। ਪ੍ਰਭੂ ਦੀ ਆਪਣੇ ਲੋਕਾਂ ਸੰਗ ਰਹਿਣ ਦੀ ਪ੍ਰਤਿਗਿਆ। ਮੂਸਾ ਨੇ ਪ੍ਰਭੂ ਨੂੰ ਕਿਹਾ, ਤੂੰ ਮੈਨੂੰ ਇਹਨਾਂ ਦੀ ਅਗਵਾਈ ਦੇ ਲਈ ਚੁਣਿਆ ਹੈ ਅਤੇ ਕਿਹਾ ਹੈ ਕਿ ਮੈਂ ਇਹਨਾਂ ਨੂੰ ਉੱਥੇ ਲੈ ਜਾਵਾਂ, ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਨੂੰ ਘੱਲੇਗਾ। ਤੂੰ ਮੈਨੂੰ ਕਿਹਾ, ਮੈਂ ਤੈਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ ਅਤੇ ਮੇਰੀ ਕਿਰਪਾ ਦ੍ਰਿਸ਼ਟੀ ਤੇਰੇ ਤੇ ਹੈ। ਜੇਕਰ ਇਹ ਸੱਚ ਹੈ ਤਾਂ ਤੂੰ ਮੇਰੇ ਤੇ ਆਪਣੀ ਯੋਜਨਾ ਨੂੰ ਪ੍ਰਗਟ ਕਰ ਕਿ ਮੈਂ ਤੈਨੂੰ ਜਾਣ ਕੇ ਤੇਰੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਾਂ। ਤੂੰ ਇਹ ਵੀ ਜਾਣਦਾ ਹੈ ਕਿ ਇਹ ਲੋਕ ਤੇਰੇ ਆਪਣੇ ਹਨ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਤੇਰੇ ਸੰਗ ਜਾਵਾਂਗਾ ਤੇ ਤੈਨੂੰ ਜੇਤੂ ਕਰਾਂਗਾ। ਮੂਸਾ ਨੇ ਅੱਗੇ ਕਿਹਾ, ਜੇਕਰ ਤੂੰ ਸਾਡੇ ਨਾਲ ਸੰਗ ਅਗਾਂਹ ਨਹੀਂ ਜਾਵੇਂਗਾ ਤਾਂ ਸਾਨੂੰ ਇਸ ਥਾਂ ਤੋਂ ਅੱਗੇ ਨਾ ਲੈ ਜਾ। ਤੇਰਾ ਸਾਡਾ ਸੰਗ ਜਾਣਾ ਹੀ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੇਰੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਹੈ। ਇਸੇ ਤੋਂ ਤੇਰੇ ਲੋਕੀ ਦੂਜੇ ਲੋਕਾਂ ਤੋਂ ਇਸ ਧਰਤੀ ਤੇ ਵੱਖ ਜਾਣੇ ਜਾਣਗੇ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਠੀਕ ਤੇਰੇ ਕਹੇ ਅਨੁਸਾਰ ਕਰਾਂਗਾ, ਕਿਉਂਕਿ ਮੈਂ ਤੈਨੂੰ ਜਾਣਦਾ ਹਾਂ ਅਤੇ ਤੇਰੇ ਤੇ ਮੇਰੀ ਕਿਰਪਾ ਦ੍ਰਿਸ਼ਟੀ ਵੀ ਹੈ। ਮੂਸਾ ਨੇ ਪ੍ਰਭੂ ਨੂੰ ਕਿਹਾ, ਕਿਰਪਾ ਮੈਨੂੰ ਆਪਣੀ ਮਹਿਮਾ ਦੇ ਦਰਸ਼ਨ ਕਰਾ। ਇੱਥੇ ਦੇ ਵਰਣਨ ਵਾਸਤੇ ਅਸੀਂ ਕੀ ਦੇ ਤਾਂ ਮੂਸਾ ਜਿਹੜਾ ਉਹ ਪ੍ਰਭੂ ਦੇ ਨਾਲ ਗੱਲਬਾਤ ਕਰਦਾ ਪਿਆ ਪ੍ਰਭੂ ਦਾ ਜਿਹੜੀ ਹਜ਼ੂਰੀ ਉਸ ਤੰਬੂ ਦੇ ਉੱਤੇ। ਪਰ ਮੂਸਾ ਨੇ ਪ੍ਰਭੂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਠੀਕ ਆ, ਅਸੀਂ ਤੰਬੂ ਡੈਡੀਕੇਟ ਕੀਤਾ, ਸਾਰਾ ਕੁਝ ਹੋਇਆ ਔਰ ਅਸੀਂ ਪ੍ਰਭੂ ਤੇ ਤੇਰੀ ਹਜ਼ੂਰੀ ਆਈ, ਤੰਬੂ ਨੂੰ ਤੇਰੀ ਹਜ਼ੂਰੀ ਨੇ ਪਵਿੱਤਰ ਕੀਤਾ, ਪਰ ਅਸੀਂ ਹੁਣ ਇੱਥੋਂ ਅੱਗੇ ਜਾਣਾ, ਤੂੰ ਸਾਡੇ ਨਾਲ ਚੱਲੇਗਾ?
ਸਾਡੇ ਨਾਲ ਕੌਣ ਚੱਲੇਗਾ? ਪਰ मूसा ने नाल कहा कि अगर तू साडे नाल ਚੱਲੇਗਾ ਤਾਂ ਅਸੀਂ ਅੱਗੇ ਜਾਵਾਂਗੇ। सो ਇੱਥੇ ਦੋ ਚੀਜ਼ਾਂ ਹੋ ਗਈਆਂ। मूसा ने सवाल भी कर दिता, नाल नाल अपनी प्रेयर भी, अपनी दुआ भी ਉਹਦੇ ਮੂਹਰੇ ਰੱਖ ਦਿੱਤੀ। पर जे तू नहीं जावेगा ਤਾਂ ਫਿਰ ਸਾਨੂੰ ਇੱਥੋਂ ਅੱਗੇ ਜਾਣ ਦੇ ਲਈ ਨਾ ਕਹੀਂ। ਤੇ ਪ੍ਰਭੂ ਨੇ ਉਸ ਨੂੰ ਕਿਹਾ, ਕਿਉਂਕਿ ਮੇਰੀ ਕਿਰਪਾ ਦ੍ਰਿਸ਼ਟੀ ਤੇਰੇ ਉੱਤੇ ਆ और मैं तेरे तो खुश हाँ, इसलिए मैं तेरे नाल रहूंगा। इस यात्रा दे विच मैं तेरे नाल चलूंगा। और उस तो अगे जिहड़ियां चीज़ां असीं बार-बार पढ़दे हां, दृष्टि मैनूं अपनी किरपा करके मैनूं दिखा। सो असीं हुण इत्थे की देखदे पए हां, जिसलिए असीं नंबर्स दे विच आउंदे हां। और अगर तुसीं इत्थे लिखना चाहुंदे हो तां इत्थे तुसीं कूच दा 33वां पाठ लिख सकदे हो। और ये जिहड़ा है, ये है चैप्टर है प्रॉमिस कीपिंग। प्रभु अपने वादियां नूं रखदा और अपने वादियां नूं उसे तरह पूरा करदा जिस तरह वो कहंदा है। और जिसले प्रभु कोई काम करदा वो 100% करदा। आई एम बहुत सारे लोग जी 10% ठीक हो गया, 12%। आई डोंट बिलीव मच इन दैट। मेरा विश्वास ये है कि जिहड़ा प्रभु करदा वो अपना काम 100% करदा। और जिहड़ी वो चीज़ साडे कोल मंगदा वो है पेशेंस, इंतजार। जिहड़ा प्रभु ने सानू जिहड़ी कही है, जिहड़ी चीज़ कही है वो है पेशेंस। असीं इंतजार करदे असीं। और किसी ने बहुत सुनी चीज़ कही सी, नाम भुल गया, बट इट्स नॉट माइंड। किसी ने कहा सी कि असीं सानू उसने वेटर बनाया। एक तो वो वेटर हुंदा कि जिहड़ा पुंजे च ला के आराम दे नाल बैठा इंतजार करदा पिया, वो नहीं बनाया। सानू उस रेस्टोरेंट वाले वेटर बनाया कि असीं उस समय दे विच सेवा करदे। असीं बेशक इंतजार करदे पर असीं सेवा कर रहे हैं, क्योंकि साडा जिहड़ा असीं प्रभु नूं जिहड़ी चीज़ असीं दुआ कीती हुआ असीं उसदा इंतजार करदे पए हां। पर उस समय दे विच जिहड़े दूसरे आ असीं उन्हां दी सेवा कर रहे हां। असली वेट वो हुंदा, असली वेट वो हुंदी है। सो इट वाज ब्यूटीफुल। सो उसने कहा कि मैं तेरे नाल चलूंगा। सो हुण इत्थे सच्चाई दे विच असीं की देखदे पए हां कि प्रभु उन्हां दे नाल चलदा पिया। सो जिस वेले वो तुरदे आ ते जिसले बदल हट जांदा और प्रभु हुण उन्हां नूं अगे लैके चला ते वो बदल हट गया। पर अगे जाके जिथे जिथे वो बदल मुड़ के धरती नूं आ गया, उन्हां नूं पता हुंदा सी कि इत्थे बदल आया, वो उत्थे सारियां चीज़ां नूं सैट कर दिंदे सी। कई वारी वो उत्थे वो रात नूं बैठे आ ते सुबह नूं फिर तुरो। पर कई बार उत्थे महीना और महीने तो ज्यादा भी प्रभु उन्होंने उत्थे बिठाउंदा सी। और जिन्ना चिर हो रहा और ये सारी जिहड़ी एक्चुअली जिहड़ी हैगी, क्योंकि हुण उन्होंने इत्थे काफ़ी समा रहना है अपनी बेवकूफियां दे करके, पर प्रभु ने उन्हां दा साथ नहीं छड्डना। सो ये जिहड़ियां सारियां चीज़ां दस्सियां जा रही, क्योंकि पहला तां हुण जिसले पहला सफर जरदन दे दरिया वल जाना है तो बड़ा तेजी दे नाल जाना। फिर अगले जिहड़ा समा होना उन्होंने जिहड़ा मुड़ के गेड़ा लाउणा हैगा, ओहो आपां सारे नक्शे देखांगे कि कित्थों कित्थे गए ते कित्थों कित्थे गए। हुण आपां वापस नक्शियां दे विच आ जाना अगले हफ्ते तो भी वो कित्थे गए, कित्थे उन्होंने ये जगह कित्थे है जिद्दां आपां पिछे देखते आए। सो वो अपनी गलती दे नाल उन्होंने अगले जिहड़े 40 साल इत्थे जिहड़े उन्हां नूं लगे अपनी गलती दे करके लगे, बेवकूफी दे करके लगे। और असीं उस नूं भी गिनती की पुस्तक के विच देखांगे। पर एडी वड्डी बेवकूफी करन तो बाद भी प्रभु ने साथ नहीं छड्डिया। सो कदी भी ये चीज़ ना कहो कि मैं आ कीता जां मैं ओ कीता जां प्रभु ने मैनूं छड्ड दित्ता है। नहीं, वो छड्डदा नहीं। जो उन्हें इन्हां दा साथ नहीं छड्डिया ते साडा किस तरह छड्डेगा? वफादार परमेश्वर, जीवंदा परमेश्वर और प्यार करने वाला परमेश्वर।
ਮਾਫ ਕਰਨ ਵਾਲਾ ਪਰਮੇਸ਼ਰ ਉਹ ਸਾਡੇ ਨਾਲ ਚੱਲਦਾ। ਆਓ ਦੁਆ ਕਰੀਏ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ, ਤੇਰੇ ਮਹਾਨ ਪਿਆਰ ਦੇ ਲਈ, ਤੇਰੀ ਨਜ਼ਦੀਕੀ ਦੇ ਲਈ, ਤੇਰੀ ਵਡਿਆਈ ਦੇ ਲਈ। ਸੱਚਮੁੱਚ ਪ੍ਰਭੂ ਜੀ ਅਗਰ ਕੋਈ ਵੀ ਸਾਡੀ ਵਰਸ਼ਿਪ ਦੇ ਲਾਇਕ ਆ, ਸਾਡੀ ਉਪਾਸਨਾ ਦੇ ਲਾਇਕ ਆ, ਤੇ ਸਿਰਫ ਤੂੰ। ਜਿਸ ਤਰ੍ਹਾਂ ਖੁਦਾਵੰਦ ਤੇਰੀ ਹਜ਼ੂਰੀ ਉਸ ਤੰਬੂ ਦੇ ਉੱਤੇ ਆਉਂਦੀ ਸੀ, ਇਸੇ ਤਰ੍ਹਾਂ ਪ੍ਰਭੂ ਜੀ ਵਚਨ ਦੇ ਵਿੱਚ ਸਾਡੇ ਇਸ ਸਰੀਰ ਨੂੰ ਤੇਰਾ ਤੰਬੂ ਕਿਹਾ ਗਿਆ। ਔਰ ਮੇਰੇ ਪਿਆਰੇ ਪ੍ਰਭੂ ਇਸ ਸਰੀਰ ਦੇ ਉੱਤੇ ਪਵਿੱਤਰ ਆਤਮਾ ਦੀ ਹਜ਼ੂਰੀ ਇੱਕ ਅੱਗ ਦੀ ਤਰ੍ਹਾਂ ਉਤਰੀ, ਜਿਸ ਵੇਲੇ ਅਸੀਂ ਤੇਰਾ ਵਚਨ ਪੜ੍ਹਦੇ, ਤੇਰੇ ਤੰਬੂ ਤੇ ਹਜ਼ੂਰੀ ਉਤਰੀ, ਜਿਸ ਨੇ ਪ੍ਰਭੂ ਜੀ ਸਾਨੂੰ ਤੇਰੇ ਮੰਦਰ ਬਣਾਇਆ। ਤੇਰੇ ਪਿਆਰ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ। ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰਾ ਰਹਿਮ, ਤੇਰੀ ਕਿਰਪਾ, ਤੇਰੀ ਦਇਆ ਸਾਡੇ ਸਭ ਦੇ ਨਾਲ ਬਣੀ। ਤੇਰੀ ਹਜ਼ੂਰੀ ਸਾਨੂੰ ਹਮੇਸ਼ਾ ਤੇਰੇ ਵਿੱਚ ਬਣਾ ਕੇ ਰੱਖੇ। ਪਿਆਰੇ ਪ੍ਰਭੂ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਅਸੀਂ ਤੇਰਾ ਹੱਥ ਨਹੀਂ ਫੜਿਆ, ਪਰ ਤੂੰ ਸਾਨੂੰ ਫੜਿਆ। ਤੂੰ ਸਾਨੂੰ ਆਪਣੀ ਨਜ਼ਦੀਕੀ ਦੇ ਨਾਲ ਫੜ ਕੇ ਰੱਖਦਾ। ਤੂੰ ਇਹਨਾਂ ਸ਼ਰੀਰਾਂ ਨੂੰ ਫੜਿਆ ਔਰ ਆਪਣੇ ਬਣਾਇਆ। ਸੋ ਪਿਆਰੇ ਪ੍ਰਭੂ ਸਾਨੂੰ ਉੱਥੇ ਲੈ ਕੇ ਚੱਲ ਜਿੱਥੇ ਤੂੰ ਚਾਹੁੰਦਾ। ਸਾਡਿਆਂ ਡੇਰਿਆਂ ਨੂੰ ਉੱਥੇ ਰੱਖ ਜਿੱਥੇ ਤੂੰ ਚਾਹੁੰਦਾ। ਤੂੰ ਇਸ ਸਰੀਰ ਤੋਂ ਉਹ ਕੰਮ ਲੈ ਜੋ ਤੂੰ ਚਾਹੁੰਦਾ। ਅਸੀਂ ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਜੀ ਬਹੁਤ ਹੀ ਉਹਨਾਂ ਦਿਨਾਂ ਦੇ ਵਿੱਚ ਜੀ ਰਹੇ ਹਾਂ ਜਿੱਥੇ ਇਸ ਧਰਤੀ ਤੇ ਬਹੁਤ ਉਹ ਚੀਜ਼ਾਂ ਹੋ ਰਹੀਆਂ ਜੋ ਸਾਡੀ ਸਮਝ ਤੋਂ ਬਾਹਰ ਹਨ। ਸੋ ਪਿਆਰੇ ਪ੍ਰਭੂ ਤੂੰ ਸਾਡੇ ਦੀਵਿਆਂ ਦੇ ਵਿੱਚ ਵੀ ਤੇਲ ਪਾ ਕੇ ਰੱਖੇ ਤੇ ਸਾਡੀਆਂ ਕੁੱਟੀਆਂ ਦੇ ਵਿੱਚ, ਤਾਂ ਕਿ ਖੁਦਾਵੰਦ ਅਸੀਂ ਉਸ ਦਿਨ ਤੇਰੀ ਨਾਲ ਤੇਰੇ ਘਰ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਦਿੰਦੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ ਸਭ ਕੁਝ ਸਾਡੀ ਦੁਆ ਨੂੰ ਸੁਣ ਕੋ। ਬਲੈਸ ਯੂ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇਵੇ ਔਰ ਤੁਹਾਡੇ ਸਾਰਿਆਂ ਦੇ ਨਾਲ ਕੱਲ ਨੂੰ